ਨਿਰਮਲ ਨਿੰਮਾ ਲੰਗਾ ਦਾ ਨਾਵਲ ਹੈ ਹਿੰਦ ਪਾਕ ਬਾਰਡਰਨਾਮਾ। ਕਾਂਡ ਦੂਸਰਾ। ਰਾਵੀ ਪਾਰ ਕਰਨ ਦਾ ਜੁਗਾੜ ਕਰਨ ਗਿਆ ਮਿੰਦੀ ਲੰਮਾ ਸਮਾਂ ਨਾ ਪਰਤਿਆ। ਸੂਰਜ ਚੜ੍ਹਿਆ, ਸਾਰਾ ਪੂਰਬ ਤਪਸ਼ ਨਾਲ ਭਖ ਉੱਠਿਆ। ਚੜ੍ਹਦੇ ਸੂਰਜ ਨੂੰ ਜਿਵੇਂ ਅੱਗ ਲੱਗ ਗਈ ਹੋਵੇ। ਕੰਡ ਨਾਲ ਓਤ-ਪੋਤ, ਥਾਂ ਥਾਂ ਤੋਂ ਝਰੀਟੇ ਜਿਸਮ, ਜ਼ਖਮੀ ਅੰਗ, ਉਚੜੇ ਤੇ ਧੱਫੜ ਪਏ ਸਰੀਰ, ਨਮਕੀਨ ਮੁੜਕਾ ਪੱਛਾਂ ਤੇ ਤੇਜ਼ਾਬ ਵਾਂਗ ਸਾੜ ਪਾਉਂਦਾ। ਤਰਾਟਾਂ ਪੈਂਦੀਆਂ, ਗਰਮ ਭਾਫਾਂ ਛੱਡਦਾ ਬੇਲਾ, ਚੁਫੇਰੇ ਹੁਮਸ ਤੇ ਹੁੱਸੜ, ਨਿੱਕੇ ਵੱਡੇ ਟੋਇਆਂ ਤੇ ਚਲਿਆਂ ਵਿੱਚ ਸੜਿਆਂਦ ਮਾਰਦਾ ਬਾਰਿਸ਼ ਦਾ ਤਰੱਕਿਆ ਪਾਣੀ। ਛਰੇ ਤੋਂ ਥੋੜ੍ਹਾ ਹਟਵੇਂ ਬੈਠੇ ਹੋਏ ਸਾਂ। ਨੇੜੇ ਰੋਟੀ ਨਾ ਪਾਣੀ, ਬੇਗਾਨਾ ਦੇਸ਼, ਪਰਾਈ ਧਰਤੀ ਢਿੱਡ 'ਚ ਕੜਵੱਲ ਪੈਣ ਲੱਗੇ। ਸੂਰਜ ਉੱਪਰ ਆਵੇ ਤੇ ਹੋਰ ਭਖੀ ਜਾਵੇ, ਤੇ ਜੇ ਸਾਰਾ ਦਿਨ ਇਸ ਨਰਕ 'ਚ ਰਹਿਣਾ ਪਿਆ, ਸੋਚ ਕੇ ਜਾਨ ਮੁੱਠੀ 'ਚ ਆਵੇ। ਡਰਦੇ ਬਾਹਰ ਵੀ ਨਾ ਨਿਕਲੀਏ, ਮੁੜਕਾ ਪੂੰਝਦੇ, ਸਾਫਿਆਂ ਨਾਲ ਹਵਾ ਝੱਲਦੇ ਮਜਬੂਰੀ ਵੱਸ ਬੈਠੇ ਰਹੇ। ਕਦੇ ਹੌਲੀ ਜਿਹੀ ਕੋਈ ਗੱਲ ਕਰੀਏ, ਫਿਰ ਲੰਮੀ ਚੁੱਪ, ਗਹਿਰੀ ਖਾਮੋਸ਼ੀ, ਦੂਰੋਂ ਹਾਲੀਆਂ ਪਾਲੀਆਂ ਦੇ ਲੰਮੇ ਹੌਕੇ ਸੁਣਦੇ। ਸਿਰ 'ਤੇ ਸੂਰਜ ਆ ਗਿਆ, ਮਿੰਦੀ ਮੁੜਿਆ। ਸਾਡਾ ਖਾਣਾ ਲੈ ਕੇ ਆਇਆ, ਕਾਗਜ਼ ਵਰਗੀਆਂ ਚੋਪੜੀਆਂ, ਥਾਲੀ ਜਿੱਡੀਆਂ ਚੌੜੀਆਂ ਰੋਟੀਆਂ, ਨਾਲ ਅੰਬ ਦਾ ਅਚਾਰ, ਦਹੀਂ ਤੇ ਮੱਖਣ ਦਾ ਠੂਠਾ ਵੱਖਰਾ। ਅਜਿਹੀ ਥਾਂ 'ਤੇ ਖਾਣਾ ਮਿਲ ਜਾਣਾ ਕਰਾਮਾਤ ਹੀ ਲੱਗਾ। ਮੈਂ ਅਜੇ ਉੱਠਿਆ ਵੀ ਨਾ, ਉਹ ਰੋਟੀਆਂ 'ਤੇ ਟੁੱਟ ਪਏ ਹਮਲਾ ਕਰਨ ਵਾਂਗ। ਛਰੇ ਤੋਂ ਪਾਣੀ ਲੈਣ ਗਿਆ ਮਿੰਦੀ ਆ ਕੇ ਚੰਗਾ ਮੰਦਾ ਕਹਿਣ ਲੱਗਾ। ਉਹਨਾਂ ਨੂੰ ਰੂਹ ਦੇ ਭੁੱਖੇ ਤੇ ਲਾਲਚੀ ਦੱਸਿਆ, ਬੇਗੈਰ ਤੇ ਤਮਾ ਵਿਗੜੀ ਵਾਲੇ, ਪਰ ਸੁਣਦਾ ਕੌਣ। ਮੇਰੇ ਹਿੱਸੇ ਇੱਕ ਰੋਟੀ ਆ ਹੀ ਗਈ। ਹੱਥ ਜੋੜ ਕੇ ਰੋਟੀ ਮੱਥੇ ਨੂੰ ਲਾਈ। ਪੱਛਮੀ ਪੰਜਾਬ ਦਾ ਪਹਿਲਾ ਅੰਨ ਬੜੀ ਖੁਸ਼ੀ ਨਾਲ ਖਾਧਾ। ਰਾਤੀ ਬਟਾਲੇ ਦੇ 2 ਫੁਲਕੇ ਖਾਧੇ ਹੋਏ ਭੁੱਖ ਨਾਲ ਆਂਦਰਾਂ ਟੁੱਟਣ। ਰੋਟੀ ਦਾ ਇਲਾਹੀ ਸਵਾਦ ਆਇਆ। ਮਿੰਦੀ ਨੇ ਦੱਸਿਆ ਕਿ ਸ਼ਾਮੀ ਸਲੀਮ ਬੇੜੀ ਲੈ ਕੇ ਆਏਗਾ। ਸੁਨੇਹਾ ਉਸ ਭੇਜ ਦਿੱਤਾ, ਪਾਰ ਗਏ ਕਿਸੇ ਜਾਣੂ ਰਾਹੀਂ। ਰੋਟੀ ਉਹ ਆਪਣੇ ਪੁਰਾਣੇ ਗੁੱਜਰ ਯਾਰਾਂ ਤੋਂ ਲਿਆਇਆ। ਉਹ ਰਾਵੀ ਦੇ ਇਸ ਪਾਰ ਨੇੜੇ ਕਿਤੇ ਰਹਿੰਦੇ ਸਨ। ਮਿੰਦੀ ਨੇ ਮੈਨੂੰ ਗੌਰ ਨਾਲ ਵੇਖਿਆ। ਮੱਠਾ ਜਿਹਾ ਹਾਸਾ ਉਹਦੇ ਕਾਲੇ ਤਰੇੜੇ ਬੁੱਲ੍ਹਾਂ 'ਤੇ ਫੈਲ ਗਿਆ। ਬੱਲੇ, ਕੀ ਹਾਲੇ ਵਾਲੇ ਆ ਪਾੜੇ ਦੇ। ਵੀਰਿਆ, ਅਜੇ ਵੀ ਵੇਲਾ ਹੀ। ਰਾਵੀ ਵਾਲਾ ਵੱਡਾ ਬਾਰਡਰ ਤਾਂ ਅਜੇ ਲੰਘਣਾ ਹੈ। ਸੋਚ ਵਿਚਾਰ ਕਰ ਲੈ, ਔਖਾ ਹੋਏਗਾ। ਆਪਾਂ ਤਾਂ ਹਨੇਰਾ ਪਏ ਵਾਪਸ ਪਰਤ ਜਾਣਾ ਇੱਥੋਂ ਹੀ। ਉਹ ਤਲੀ 'ਤੇ ਤਮਾਕੂ ਮਲਣ ਲੱਗਾ। ਮਾਮਾ ਵਾਪਸ ਨਹੀਂ ਜਾਣ ਦੇਣਾ। ਹੋਰ 2 ਘੰਟਿਆਂ ਦੀ ਗੱਲ ਹੈ ਸਾਰੀ। ਸ਼ਿੰਦੇ ਨੇ ਮੇਰੇ ਮੁੜਨ ਦਾ ਸਖਤ ਵਿਰੋਧ ਕੀਤਾ। ਮਿੰਦੀ ਸ਼ਿੰਦੇ ਦਾ ਸਕਾ ਮਾਮਾ ਹੈ। ਹੇਖਾਂ ਜਾਨ ਸੁੱਕਣੇ ਪਾ ਛੱਡੀ। ਕੰਮ ਹੋਵੇ, ਕਾਰ ਹੋਵੇ, ਆਖੇ ਪਾਕਿਸਤਾਨ ਵੇਖਣਾ, ਥੁੱਕ ਕੇ ਵੇਖਣਾ। ਇੰਨੇ ਥੋੜ੍ਹਾ ਮਾਮੇ ਨੇ ਪੜ੍ਹਾਇਆ ਵੀ ਨੌਕਰੀ ਕਰੂ। ਇਹ ਮਾਮਾ ਰਾਣੀ ਖਾਂ ਦਾ ਬਾਰਡਰ ਟੱਪਦਾ ਫਿਰਦਾ, ਵਾਧੂ ਜਿਹਾ। ਮਿੰਦੀ ਮੇਰੇ ਬਾਰਡਰ ਕ੍ਰਾਸ ਕਰਨ 'ਤੇ ਦਿਲੋਂ ਔਖਾ ਹੁੰਦਾ ਹੈ। ਇੱਕ ਬਲੈਕਰ ਕਿਸੇ ਦੇ ਜਜ਼ਬਾਤ ਕੀ ਜਾਣੇ, ਦਿਲ ਦੇ ਗੁੱਝਿਆਂ ਭੇਤਾਂ ਨੂੰ ਕੀ ਸਮਝੇ। ਜੁਲਾਈ ਅਗਸਤ 'ਚ ਬੇਲੇ ਦੀ ਗਰਮੀ ਉਹੀ ਮਹਿਸੂਸ ਕਰ ਸਕਦਾ ਹੈ ਜਿਹਨੇ ਹੱਡੀ ਹੱਡਾਈ ਹੋਵੇ। ਮੌਤ ਤੋਂ ਵੀ ਭਿਆਨਕ ਪੰਜਾਬ 'ਚ ਕਹਾਵਤ ਹੈ ਵੀ ਸਾਉਣ ਭਾਦੋਂ ਦੇ ਜੋਤਿਆਂ ਦੀ ਗਰਮੀ ਤੋਂ ਡਰਦਾ ਜੱਟ ਸਾਧ ਹੋ ਗਿਆ ਸੀ। ਟਾਟਕੇ ਤੇ ਚਮਾਸੇ ਲੱਗਦੇ ਨੇ ਤਾਂ ਆਦਮੀ ਦੀ ਹੋਸ਼ ਭੁੱਲ ਜਾਂਦੀ ਹੈ। ਜੇ ਕਿਤੇ ਗਰਮੀ ਬੇਲੇ ਦੇ ਅੱਧ ਵਿਚਕਾਰ ਕਾਹੀ ਸਰਕੜੇ ਦੀ ਪਾਟੀ ਜਿਹੀ ਛਾਂ ਹੇਠ ਕੱਟਣੀ ਪਵੇ ਤਾਂ ਕੀ ਭਾਣਾ ਵਰਤੇ। ਮੁੜਕੇ ਨਾਲ ਅੱਖਾਂ ਪੂਰੀਆਂ ਜਾਂਦੀਆਂ, ਲਾਲ ਸੁਰਖ ਹੋ ਜਾਂਦੀਆਂ, ਕੱਪੜੇ ਲੋਹੇ ਦੀ ਚਾਦਰ ਵਾਂਗ ਤਪ ਜਾਂਦੇ ਨੇ, ਹੱਡ ਅਗਿਆਰ ਬਣ ਜਾਂਦੇ ਨੇ। ਲਹੂ ਪੰਘਰਦਾ ਤੇ ਚਰਬੀ ਤਿੜਕਦੀ ਢਲਦੀ, ਹਵਾ ਦੀਆਂ ਲਹਿਰਾਂ ਗਰਮ ਤਪਦੀਆਂ ਤਾਰਾਂ ਵਾਂਗ ਉਲਝਦੀਆਂ, ਗੁੱਥਮ ਗੁੱਥਾ ਹੁੰਦੀਆਂ। ਸੇਕ ਦਾ ਭਵਾਕਾ ਨਿਕਲਦਾ, ਗਰਮੀ ਦਾ ਵਰੋਲਾ ਉੱਠਦਾ, ਥਾਂ ਥਾਂ ਚਟਾਕ ਪੈਂਦੇ, ਸਰੀਰ ਉੱਡਦਾ, ਆਦਮੀ ਤੜਫ ਉੱਠਦੇ, ਚੀਕਾਂ ਮਾਰਦੇ। ਅਜਿਹੀ ਆਦਮਖੋਰ ਦੁਪਹਿਰ ਕੋਈ ਦਿਲ ਜਿਗਰੇ ਵਾਲਾ ਹੀ ਕੱਟਦਾ ਹੈ, ਕੋਈ ਵੱਡੀ ਮਜਬੂਰੀ ਵਾਲਾ ਜਾਂ ਲਾਲਚ ਵੱਸ। ਮਸੀਂ ਕਿਤੇ ਸੂਰਜ ਪੱਛਮ ਦੀ ਢਾਕੇ ਲੱਗਾ। ਅੰਗ ਇਕੱਠੇ ਕੀਤੇ, ਜੂੜੇ ਜਕੂੜੇ ਜਿਹੇ, ਮੀਂਹ 'ਚ ਭਿੱਜੇ ਅਮਲੀ ਵਾਂਗ ਦੁਖਦੇ, ਚੀਸਾਂ ਪੈਂਦੀਆਂ। ਮਿੰਦੀ ਪਿੱਛੇ ਰਾਵੀ ਵੱਲ ਤੁਰ ਪਿਆ। ਮੇਰਾ ਭਰਮ ਨਿਕਲਿਆ। ਰਾਵੀ ਤਾਂ ਨੇੜੇ ਹੀ ਵਹਿ ਰਿਹਾ ਸੀ, ਬੇਲਾ ਪਿੱਛੇ ਰਹਿ ਗਿਆ। ਕੰਢੇ 'ਤੇ ਰੁੱਖ ਬੂਟਾ ਕੋਈ ਵਿਰਲਾ ਹੀ। ਐਨ ਕੰਢੇ 'ਤੇ ਜਾ ਕੇ ਸਾਹਮਣੇ ਗੁਰਦੁਆਰੇ ਦੀ ਸਪਸ਼ਟ ਦਿਸਦੀ ਇਮਾਰਤ। ਪਰਲੇ ਕੰਢੇ ਵੱਲੋਂ ਆਉਂਦੀ ਬੇੜੀ ਨਿੱਕਾ ਜਿਹਾ ਫੱਟਾ ਹੀ ਲੱਗਦੀ। ਸਾਰਾ ਦਿਨ ਗਰਮੀ ਨੇ ਕਾੜ ਸੁੱਟਿਆ। ਪਾਣੀ ਤੋਂ ਹੁੰਦਾ ਹਵਾ ਦਾ ਠੰਡਾ ਬੁੱਲਾ ਆਇਆ, ਸਰੀਰ 'ਚ ਜਾਨ ਪੈ ਗਈ। ਡੁੱਬਦੇ ਸੂਰਜ ਦੀ ਆਖਰੀ ਲਾਲੀ, ਚਾਨਣ 'ਚ ਘੁਲਦਾ ਹਨੇਰਾ, ਮੱਖਣ ਤੇ ਕੱਜਲ ਦੀ ਜਿਨਵੇਂ ਗੁੰਨੀ ਤੌਣ। ਬੇੜੀ ਆਈ, ਕੰਢੇ ਤੋਂ 5-7 ਕਦਮ ਦੂਰ ਖੜੀ ਹੋ ਗਈ। ਮਲਾਹ ਮੁੰਡੇ ਨੇ ਫੁਰਤੀ ਨਾਲ ਦਿਸ਼ਾ ਬਦਲੀ ਤੇ ਗੋਡੇ ਗੋਡੇ ਪਾਣੀ 'ਚ ਛਾਲ ਮਾਰ ਦਿੱਤੀ। ਹੌਲੀ ਹੌਲੀ ਸਾਡੇ ਵੱਲ ਆਉਣ ਲੱਗਾ।
ਹੋਰ ਨੇੜੇ ਆਉਣ 'ਤੇ ਮੈਂ 5-6 ਸਾਲਾਂ ਪਿੱਛੋਂ ਵੀ ਸਲੀਮ ਨੂੰ ਪਛਾਣ ਲਿਆ। ਅਸੀਂ ਦੌੜਦੇ ਹੋਏ ਬਗਲਗੀਰ ਹੋਏ। ਮੈਨੂੰ ਵੇਖ ਕੇ ਮਿਲ ਕੇ ਉਹ ਖੁਸ਼ੀ ਨਾਲ ਖੀਵਾ ਹੋ ਗਿਆ। ਚਾਅ ਸਾਂਭਿਆ ਨਾ ਜਾਵੇ, ਜਿਵੇਂ ਅਚਾਨਕ ਕਿਸੇ ਨੂੰ ਖਜ਼ਾਨਾ ਲੱਭਿਆ ਹੋਵੇ। ਬੇਸ਼ੁਮਾਰ ਬੇਅੰਤ ਧਨ ਦੌਲਤ ਮਿਲ ਜਾਣ ਵਾਂਗ। ਅਸੀਂ ਕਦੇ ਗੁਰਦਾਸਪੁਰ ਜੇਲ੍ਹ 'ਚ ਮਿਲੇ ਸੀ। ਸਾਡਾ ਘਰ ਕਦੇ ਇਹਨਾਂ ਲੋਕਾਂ ਦੀ ਵੱਡੀ ਠਾਰ ਤੇ ਆਸਰਾ ਹੁੰਦਾ ਰਿਹਾ। ਨਿੱਕਾ ਹੁੰਦਾ ਇਹਨਾਂ ਲੋਕਾਂ ਨੂੰ ਬੜੇ ਉਤਸ਼ਾਹ, ਹੈਰਾਨੀ ਤੇ ਖੁਸ਼ੀ ਨਾਲ ਤੱਕਦਾ ਹੁੰਦਾ ਸੀ। ਮਾਲ ਸਮੇਤ ਸਾਰੇ ਵਾਰੀ-ਵਾਰੀ ਬੇੜੀ 'ਚ ਜਾ ਬੈਠੇ। ਪਹਾੜ ਜਿੱਡਾ ਦਿਨ ਵੱਟ ਹੁੱਸੜ ਨਾਲ ਘੁਲਦਿਆਂ ਲੰਘਿਆ। ਕੱਪੜਿਆਂ 'ਚੋਂ ਮੁੜਕੇ ਦੀ ਬੋ ਆਵੇ। ਪਾਣੀ ਦੇ ਸੀਨੇ 'ਤੇ ਬੈਠ ਕੇ ਦਿਲ ਨੂੰ ਰਤੀ ਚੈਨ ਆਇਆ, ਤਸੱਲੀ ਮਿਲੀ, ਬੇਚੈਨ ਰੂਹ ਨੂੰ ਸਕੂਨ ਮਿਲਿਆ। ਹਾਥੀ ਲੰਘਿਆ ਪੂਛ ਬਾਕੀ, ਗੋੜੇ 'ਚੋਂ ਪੂਣੀ ਦੇ ਰਹਿ ਜਾਣ ਵਾਂਗ। ਜੰਗ ਤੋਂ ਬਚ ਕੇ ਆ ਜਾਣ ਵਰਗੀ ਮਸਤੀ, ਤੋੜ ਪੁੱਜ ਜਾਣ ਦਾ ਮਾਣ, ਮੰਜ਼ਿਲ 'ਤੇ ਪੁੱਜ ਜਾਣ ਦੀ ਖੁਸ਼ੀ, ਸਰੂਰ। ਸਲੀਮ ਫੁਰਤੀ ਨਾਲ ਚੱਪੂ ਲਾਉਣ ਲੱਗਾ। ਮਲਾਹ ਮੁੰਡੇ ਨੇ ਫੜਿਆ ਹੋਇਆ ਬਾਂਸ ਦਾ 18-20 ਫੁੱਟ ਲੰਮਾ ਟੋਟਾ, ਜੋ ਹੱਥਾਂ 'ਚ ਘਸ-ਘਸ ਕੇ ਹੋ ਗਿਆ ਹੋਇਆ ਕੂੜਾ ਪੱਟ। ਉਹ ਬੜੇ ਵਿਸ਼ਵਾਸ ਨਾਲ ਵੰਝ ਦੀ ਤੂਲ ਲਾ ਕੇ ਬੇੜੀ ਦੀ ਵੱਖੀ ਨਾਲ ਉਹਨੂੰ ਪਾਣੀ ਦੀ ਸਤ੍ਹਾ 'ਤੇ ਤਿਰਛੇ ਰੁੱਖ ਅੱਗੇ ਨੂੰ ਧੱਕਦਾ, ਪੂਰੇ ਜ਼ੋਰ 'ਤੇ ਤਾਣ ਨਾਲ। ਫਿਰ ਵੰਝ ਚੁੱਕਦਾ ਤੇ ਤੂਲ ਲਾਉਂਦਾ। ਉਹਦੇ ਡੌਲੇ ਫੜਕਦੇ ਤੇ ਨਾੜਾਂ ਜਾਂਦੀਆਂ ਕੱਸੀਆਂ। ਥੋੜ੍ਹਾ ਕੁ ਝੁਕਿਆ ਹੋਇਆ, ਦੋਵੇਂ ਪੈਰ ਗੱਡੇ ਹੋਏ ਬੇੜੀ ਦੇ ਲੱਕੜ ਫਰਸ਼ 'ਤੇ। ਵੰਝ 10-12 ਫੁੱਟ ਹੇਠਾਂ ਜਾਂਦਾ ਦਰਿਆ ਦੇ ਥੱਲੇ ਤੱਕ। ਮੈਂ ਪਹਿਲੀ ਵਾਰ ਬੈਠਾ ਸਾਂ ਬੇੜੀ ਵਿੱਚ। ਹੁਲਾਰੇ ਖਾਂਦੀ ਬੇੜੀ ਪਾਣੀ ਦੇ ਵਹਾਅ ਨਾਲ ਅੱਗੇ ਜਾਂਦੀ, ਸਰਕਦੀ। ਪੀਂਘ ਦੇ ਝੂਟੇ ਵਰਗਾ ਸੁਆਦ ਆਉਂਦਾ। ਮੈਨੂੰ ਯਕੀਨ ਨਾ ਆਵੇ, ਸੋਚਾਂ ਕਿ ਸੱਚਮੁੱਚ ਹੀ ਮੈਂ ਪਾਕ ਵਿੱਚ ਆ ਗਿਆ। ਰਾਤੋਂ ਰਾਤ ਦੂਜੇ ਦੇਸ਼ 'ਚ ਜਾ ਵੜਨਾ। ਪਾਸਪੋਰਟ ਨਾ, ਕਾਗਜ਼ ਪੱਤਰ। ਕਿੰਨਾ ਅਜੀਬ, ਹੈਰਾਨੀ ਭਰਿਆ ਹਾਦਸਾ। ਕਦੇ ਗੁਰਦੁਆਰੇ, ਕਦੇ ਰਾਵੀ ਦੇ ਪਾਣੀ ਦੀਆਂ ਅਟਖੇਲੀਆਂ ਨੂੰ ਵੇਖਣ ਲੱਗਾ। ਸਲੇਟੀ ਗੇਰੂਆ ਪਾਣੀ ਬੜੀ ਬੇੜੀ ਹੇਠੋਂ ਦੀ ਤਿਲਕਦਾ ਜਾਵੇ। ਛਲਕ-ਛਲਕ ਚੱਪੂ ਦੀ ਆਵਾਜ਼, ਪਾਣੀ ਦੀਆਂ ਲਹਿਰਾਂ ਦਾ ਮੱਧਮ ਸ਼ੋਰ, ਅਜੀਬ ਸੰਗੀਤਕ ਮਾਹੌਲ। ਮੈਂ ਡੂੰਘਾ ਸਾਹ ਖਿੱਚਿਆ। ਰਾਵੀ ਦੀ ਠੰਡੀ ਮਿੱਠੀ ਪੌਣ ਦੇ ਫੱਕੇ ਮਾਰੇ। ਸਾਰੀ ਥਕਾਵਟ, ਬੇਚੈਨੀ ਤੇ ਸੋਚਾਂ ਵਗਾਹ ਮਾਰੀਆਂ। ਸ਼ਾਂਤ ਚਿੱਤ ਹੋ ਕੇ ਆਲਾ ਦੁਆਲਾ ਨਿਹਾਰਨ ਲੱਗਾ। ਪਾਣੀ ਦੀ ਸਤ੍ਹਾ 'ਤੇ ਪੈਂਦਾ ਗੁਰਦੁਆਰੇ ਦਾ ਕਾਲਾ ਅਕਸ ਡਿੱਕੋ ਡੋਲੇ ਖਾਂਦਾ, ਹਿਲਦਾ ਤੇ ਅੱਗੇ ਪਿੱਛੇ ਹੁੰਦਾ ਜਾਪਦਾ। ਦੂਰ ਤੱਕ ਪਿੱਛੇ ਵੇਖਿਆ ਭਾਰਤ ਵੱਲ। ਨਜ਼ਰ ਦੇ ਦਿਸ ਹੱਦੇ ਤੱਕ ਹਰੇ ਕਚੂਰ ਬੇਲੇ ਦੀ ਚਾਦਰ ਤਣੀ ਹੋਈ। ਸਫੈਦਿਆਂ ਦੇ ਸਿਰਿਆਂ 'ਤੇ ਜਿਵੇਂ ਅਸਮਾਨ ਦਾ ਅੰਤ ਹੋ ਗਿਆ ਹੋਵੇ। ਵਿੱਚ ਬਗਲਿਆਂ ਦੀਆਂ ਉੱਡਦੀਆਂ ਡਾਰਾਂ। ਸਿਰ 'ਤੇ ਕੂੰਜਾਂ, ਮੱਘਾਂ, ਮੁਰਗਾਬੀਆਂ ਦੀ ਡਾਰ ਨੇ ਕੂ-ਕੂ ਕੀਤਾ। ਮੈਂ ਉੱਪਰ ਵੇਖਿਆ। ਲਹਿੰਦੇ ਤੋਂ ਚੜ੍ਹਦੇ ਨੂੰ ਜਾਂਦੇ ਪੰਛੀਆਂ ਦੇ ਝੁੰਡ ਆਪਣੇ ਘਰੀਂ ਪਰਤ ਰਹੇ ਲੱਗਦੇ, ਨੀਲੇ ਅਸਮਾਨ ਦੀ ਸੈਰ ਕਰਦੇ। ਗਿੱਟੇ-ਗਿੱਟੇ ਪਾਣੀ 'ਚ ਇੱਕ ਲੱਤ ਦੇ ਭਾਰ ਖੜੇ ਲਮਟੀਂਗ, ਜਿਵੇਂ ਸਮਾਧੀ ਲਾਈ ਹੋਵੇ ਇਕਾਗਰਤਾ 'ਚ। ਦਰਿਆ ਦੇ ਸੁੱਕੇ ਬਰੇਤਿਆਂ 'ਚ ਲੰਮੀਆਂ ਚੁੰਝਾਂ ਵਾਲੇ ਲਮਟੀਂਗ ਦੂਰੋਂ ਮੁੱਢ ਹੀ ਲੱਗਦੇ ਸਰਕੰਡੇ ਦੇ, ਕਾਹੀ ਦੇ। ਸੋਚਾਂ, ਸਾਡੇ ਨਾਲੋਂ ਤਾਂ ਇਹ ਪੰਛੀ ਚੰਗੇ ਹੋਏ। ਇਹਨਾਂ ਲਈ ਕੋਈ ਬਾਰਡਰ ਨਹੀਂ, ਕੋਈ ਹੱਦ ਸਰਹੱਦ ਨਹੀਂ, ਦੇਸ਼ ਨਹੀਂ, ਵੀਜ਼ਾ ਨਹੀਂ। ਜਿੱਥੇ ਦਿਲ ਕਰੇ ਜਾਓ, ਆਜ਼ਾਦ ਮਰਜ਼ੀ ਦੇ ਮਾਲਕ। ਘਰਾਂ ਨੂੰ ਜਾਂਦੇ ਕਾਵਾਂ ਤੇ ਹੰਸਾਂ ਦੇ ਝੁੰਡ, ਜਿਵੇਂ ਬੱਦਲੀਆਂ ਨੂੰ ਖਿੱਚੀ ਜਾ ਰਹੇ ਹੋਣ। ਸੋਝਮਈ ਸੀਨ, ਕਵੀ ਦਿਲ ਦੀ ਭਾਵੁਕਤਾ ਵਰਗਾ ਕੂਲਾ ਮੁਲਾਇਮ ਤਿੱਤਰ ਖੰਭਾ। ਗੁਰਦੁਆਰੇ ਦੀ ਵਿਸ਼ਾਲ ਬਿਲਡਿੰਗ, ਰਾਵੀ ਦੀ ਹਿੱਕ 'ਤੇ ਖਿੜਿਆ ਕਮਲ ਦਾ ਫੁੱਲ, ਉੱਚਾ ਤੇ ਸੁੱਚਾ, ਮਾਣਮਤਾ, ਸਵੈ ਮਾਣ ਨਾਲ ਭਰਿਆ। ਬੇੜੀ ਝਟਕੇ ਨਾਲ ਰੁਕੀ। ਮੈਂ ਤਰਬ ਕੇ ਸੀ ਗੁਰਦੁਆਰੇ, ਜਿਹਨੂੰ ਉਹ ਲੋਕ ਦਰਬਾਰ ਆਖਦੇ ਹਨ, ਦੀ ਪਹਾੜੀ ਗੁੱਠੇ ਨੀਵੇਂ ਜਿਹੇ ਪੱਤਣ 'ਤੇ ਉਤਰ ਗਏ। ਪੇਤਲਾ ਹਨੇਰਾ ਪਸਰਨ ਲੱਗਾ। ਸਲੀਮ ਸ਼ਿੰਦੇ ਤੇ ਕੰਬੇ ਨੂੰ ਲੈ ਕੇ ਝਾੜਾਂ ਬੂਝਿਆਂ ਵੱਲ ਚਲਾ ਗਿਆ, ਮਾਲ ਸਾਂਭਣ। ਸਭ ਤੋਂ ਪਹਿਲਾਂ ਮੈਂ ਮੱਥਾ ਟੇਕਣਾ ਚਾਹਿਆ, ਪਰ ਸਮੇਂ ਸਥਾਨ ਦੀ ਮਜਬੂਰੀ, ਪਰਦੇਸੀ ਹੋਣ ਦੀ ਲਟਕਦੀ ਤਲਵਾਰ, ਉਹ ਬਾਸਰ ਨਾ ਸਕਿਆ। ਮਹਿੰਦੀ ਇੱਕ ਕੱਚੇ ਰਸਤੇ ਤੁਰ ਪਿਆ। ਮੈਂ ਵੀ ਪਿੱਛੇ। ਗੁਰਦੁਆਰੇ ਦੇ 4 ਚੁਫੇਰੇ ਸਰਕੜੇ, ਦੱਬ ਤੇ ਅੱਕਾਂ ਦੇ ਝਾੜ। 100 ਕੁ ਗਜ਼ ਦੂਰ ਕੁਝ ਮਕਾਨ ਦਿਸੇ। ਇਹ 20-25 ਘਰਾਂ ਦਾ ਛੋਟਾ ਜਿਹਾ ਪਿੰਡ ਹੈ। ਕੋਠੇ, ਇਤਿਹਾਸਿਕ ਪਿੰਡ ਦੋਦੇ ਦੀ ਦੱਖਣੀ ਚੜ੍ਹਦੀ ਨੁੱਕਰੇ। ਅਸੀਂ ਲੱਕੜੀ ਦਾ ਵੱਡਾ ਤੇ ਖੂਬਸੂਰਤ ਫਾਟਕ ਲੰਘ ਕੇ ਵਿਹੜੇ 'ਚ ਚਲੇ ਗਏ। ਦਿਸਿਆ ਕੋਈ ਨਾ। ਦੂਜੇ ਲਾਂਘੇ ਵੱਲ ਗਏ। ਇਹ ਛੋਟਾ ਗੇਟ ਘਰ ਤੇ ਹਵੇਲੀ ਨੂੰ ਵੱਖ ਕਰਦਾ ਸੀ। ਵੱਡੇ ਵਰਾਂਡੇ ਦੇ ਸਾਹਮਣੇ ਸਾਰਾ ਪਰਿਵਾਰ ਜੁੜਿਆ ਬੈਠਾ। ਗਫੂਰ ਦੌੜ ਕੇ ਅੰਗਲਵਾਂਢੀ ਮਿਲਿਆ। ਬੜੇ ਪਿਆਰ ਤੇ ਤਪਾਕ ਨਾਲ ਮਹਿੰਦੀ ਦੇ ਗਲੇ ਲੱਗਾ। ਦੋਵੇਂ ਰੋ ਪਏ। ਕੋਈ ਸ਼ਬਦ ਨਾ ਆਵਾਜ਼, ਰੌਲਾ ਨਾ ਮੁਸਕਾਨ। ਸਾਰਾ ਦਰਦ ਹੰਝੂਆਂ ਦੀ ਜ਼ਬਾਨੀ ਸੁਣਿਆ, ਦੱਸਿਆ। ਛਾਤੀ ਨਾਲ ਛਾਤੀ, ਸਾਹ 'ਚ ਸਾਹ। ਇੱਕ ਦਿਲ ਨੇ ਦੂਜੇ ਦੀ ਜੁਦਾਈ 'ਚ ਮਾਰੀਆਂ ਧਾਹਾਂ ਦਾ ਦਰਦ ਬਿਆਨ ਕੀਤਾ। ਵੇਖਣ ਵਾਲਿਆਂ ਰਮਜ਼ ਪਛਾਣੀ। ਚਿਰੀ ਮਿਲਣ ਦਾ ਗਿਲਾ ਕੀਤਾ। ਬੜਾ ਖਾਮੋਸ਼ ਤੇ ਚੁੱਪ
ਕੇਵਲ ਰੂਹਾਂ ਦੀ ਸਮਝ ਦੀ ਗੱਲ, ਕੋਈ ਆਵਾਜ਼ ਨਹੀਂ, ਸਭ ਮੌਨ। ਜਦੋਂ ਜਜ਼ਬਾਤ ਵਿਲਕ ਪੈਂਦੇ ਨੇ, ਹੰਝੂ ਭਾਸ਼ਾ ਬਣ ਜਾਂਦੇ ਨੇ। ਕੋਈ ਸ਼ਬਦ ਨਾ ਧੁਨੀ, ਦਰਦਮੰਦਾਂ ਨੂੰ ਸਮਝ ਲੱਗਦੀ। ਦਿਲਦਾਰ ਦਾ ਦਰਦ ਰੂਹ ਪੁੱਛਦਾ ਹੈ, ਯਾਰ ਦੀ ਜੁਦਾਈ ਦਾ ਸੱਲ ਹੰਝੂਆਂ 'ਚੋਂ ਜ਼ਾਹਰਾ ਤੌਰ 'ਤੇ ਵੇਖਿਆ ਜਾ ਸਕਦਾ ਹੈ, ਮਹਿਸੂਸ ਹੋ ਸਕਦਾ ਹੈ। ਉੱਭੇ ਸਾਹ ਭਰਦਾ ਹੰਝੂ ਪੂੰਝਦੇ ਇੱਕੋ ਮੰਜੇ 'ਤੇ ਬੈਠ ਗਏ। ਗਹਿਰੀ ਤੇ ਸੰਘਣੀ ਉਦਾਸੀ ਦਾ ਮਾਹੌਲ। ਘੜੀ ਪਲ ਕੋਈ ਨਾ ਬੋਲ ਸਕਿਆ। ਚੁੱਪ ਵਰਤ ਗਈ। ਮੇਰੇ ਬਾਰੇ ਪਤਾ ਲੱਗਾ ਤਾਂ ਗਫੂਰ ਟਹਿਕ ਪਿਆ। ਛੋਟੇ ਹੁੰਦੇ ਨੂੰ ਵੇਖਿਆ ਹੋਇਆ ਤਾਂ ਪਛਾਣ ਨਾ ਸਕਿਆ। ਮੇਰੇ ਮਾਤਾ ਪਿਤਾ ਤੇ ਤਾਏ ਚਰਨ ਸਿੰਘ ਦਾ ਹਾਲ ਬੜਾ ਘੋਕ ਕੇ ਪੁੱਛਿਆ। ਮਿੰਦੀ ਨੂੰ ਸਾਰਾ ਟੱਬਰ ਚਿੰਬੜ ਗਿਆ। ਸ਼ਹਿਦ ਦੀਆਂ ਮੱਖੀਆਂ ਵਾਂਗ ਬੱਚੇ ਰੌਲਾ ਪਾਉਂਦੇ, ਖਰੂਦ ਕਰਦੇ, ਵੱਡੇ ਬਾਰ-ਬਾਰ ਡਾਂਟਦੇ, ਝਿੜਕਦੇ, ਡਰਾਉਂਦੇ, ਧਮਕਾਉਂਦੇ, ਉਚੰਬਲੇ ਕਿਲਕਾਰੀਆਂ ਮਾਰਦੇ ਬਾਹਰ ਦੌੜ ਜਾਂਦੇ। ਵੱਖੀ ਵਾਲੇ ਕਮਰੇ 'ਚੋਂ ਬਜ਼ੁਰਗ ਪਰ ਨਰੋਈ ਕਾਠੀ ਵਾਲੀ ਔਰਤ ਦੌੜਦੀ ਆਈ। ਨਹੀਂ ਮੈਂ ਸਦਕੇ, ਮੇਰਾ ਪੁੱਤ ਆਇਆ। ਨਹੀਂ ਐਸ਼ਾ, ਨਹੀਂ ਪਾਰੋ, ਫਟਾਫਟ ਸ਼ਰਬਤ ਲਿਆਓ। ਨਹੀਂ ਮੇਰੇ ਪੁੱਤ ਗਰਮੀ 'ਚੋਂ ਆਏ ਨੇ। ਮਾਤਾ ਨੇ ਦੋਹਾਂ ਨੂੰ ਕਾਲਜੇ ਲਾ ਲਿਆ, ਜਿਵੇਂ ਲਾਂਭ 'ਤੇ ਗਏ ਉਹਦੇ ਕੁੱਖੋਂ ਜਾਏ ਪੁੱਤ ਜਿੱਤ ਕੇ ਪਰਤੇ ਹੋਣ। ਸਵਾਲਾਂ ਦਾ ਝੁਰਮਟ ਪੈ ਗਿਆ, ਰਲ ਗੱਡ ਹੋਈ ਜਾਣ। ਉਹਨੇ ਮਿੰਦੀ ਨੂੰ ਗਲ ਲਾਈ ਰੱਖਿਆ ਤੇ ਰੋਈ ਗਈ। ਮਾਤਾ ਨੇ ਛੱਡਿਆ ਤਾਂ ਇੱਕ ਬਜ਼ੁਰਗ ਨੇ ਆ ਘੇਰਿਆ। ਉਹਦੀ ਮਜ਼ਬੂਤ ਜੱਫੀ 'ਚ ਮਿੰਦੀ ਦਾ ਘੁਣ ਖਾਦਾ ਜਿਸਮ ਜਿਵੇਂ ਤਿੜਕ ਭੱਜ ਗਿਆ। ਬਾਬੇ ਨੇ ਬੜਾ ਗਿਲਾ ਕੀਤਾ, ਰੋਸ ਛਾਂਟਿਆ ਵੀ ਮਿੰਦੀ ਇੰਨੇ ਸਾਲ ਕਿਉਂ ਨਹੀਂ ਆਇਆ। ਮੈਨੂੰ ਪਿਆਰ ਦਿੱਤਾ ਤੇ ਬਾਹਰ ਚਲਾ ਗਿਆ। ਮੈਂ ਹੈਰਾਨ ਹੋਈ ਜਾਵਾਂ। ਮੇਰੀ ਹੋਸ਼ ਪਰਤੀ। ਅਜੇ ਖੜੇ ਹੀ ਸਾਂ, ਵੱਡਾ ਸੂਤੀ ਮੰਜਾ ਡਾਹਿਆ ਗਿਆ, ਉੱਪਰ ਰੰਗੀਨ ਗਲੀਚਾ ਵਿਛਾਇਆ। ਅਸੀਂ ਆਰਾਮ ਨਾਲ ਬੈਠ ਗਏ। ਬਿਜਲੀ ਤਾਂ ਹੁੰਦੀ ਨਹੀਂ। ਚੌਂਕੇ 'ਚ ਦੀਵਾ ਤੇ ਵਿਹੜੇ 'ਚ ਲਾਲਟਨ ਜਗਦੀ। ਮੈਂ ਮਹਿਸੂਸ ਕੀਤਾ ਕਿ ਮਿੰਦੀ ਆਏ ਦੀ ਸਾਰੇ ਟੱਬਰ ਨੂੰ ਮਸਤੀ ਚੜ੍ਹੀ ਹੋਈ ਹੈ। ਸਾਰਿਆਂ 'ਤੇ ਇੱਕ ਨਵਾਂ ਖੇੜਾ ਤੇ ਸੱਜਰਾਪਣ ਆ ਗਿਆ। ਉਹਦੇ ਨੇੜੇ ਹੋ ਬਹਿਣ। ਮਾਤਾ ਨੇ ਅੰਗ ਟੋਹਿਆ, ਜਾਚਿਆ, ਹੱਥ ਫੇਰਿਆ, ਲੱਖਣ ਲਾਇਆ ਵੀ ਕਿਤੇ ਕੋਈ ਅੰਗ ਝੜ ਟੁੱਟ ਤਾਂ ਨਹੀਂ ਗਿਆ, ਕੋਈ ਤਕਲੀਫ ਦਰਦ ਤਾਂ ਨਹੀਂ। ਮਿੰਦੀ ਸਿਰ ਝੁੱਲੇ ਝੱਖੜਾਂ ਤੋਂ ਜਾਣੂ ਸੀ। ਸਾਰੀ ਕਹਾਣੀ ਦਾ ਪਤਾ ਸੀ। ਆਪਣੇ ਪੋਤਰੇ ਪੋਤਰੀਆਂ ਨੂੰ ਕਾਹਲੀ ਕਾਹਲੀ ਮਿੰਦੀ ਬਾਰੇ ਦੱਸਣ ਲੱਗੀ, ਬੜੇ ਮਾਣ ਨਾਲ। ਕਦੇ ਮਿੰਦੀ ਦਾ ਜੀਆ ਜੰਤ ਬਾਰੇ ਪੁੱਛਦੀ, ਕਦੇ ਵਹੁਟੀ ਤੇ ਮਾਲ ਡੰਗਰ ਬਾਰੇ। ਬੱਚੇ ਅੱਖਾਂ ਟੱਡੀ ਤੇ ਮੂੰਹ ਅੱਡੀ ਸਾਡੇ ਵੱਲ ਵੇਖੀ ਜਾਣ, ਡੋਰੇ ਭੋਰੇ, ਹੈਰਾਨ ਜਿਹੇ। ਸ਼ਰਬਤ ਪੀਤਾ, ਸੜਦੇ ਕਾਲਜੇ ਨੂੰ ਠੰਡ ਪਈ। ਛੇਤੀ ਛਿੰਦੇ ਹੋਰੀ ਵੀ ਆ ਗਏ। ਨਲਕੇ ਤੋਂ ਨਹਾ ਕੇ ਤਾਜ਼ਾ ਦਮ ਹੋਇਆ। ਮੰਜਿਆਂ ਦੇ ਵਿਚਕਾਰ ਮੇਜ਼ 'ਤੇ ਬੋਤਲ ਰੱਖੀ ਗਈ। ਦੋ ਹਾੜੇ ਖਿੱਚ ਕੇ ਅਸੀਂ ਤਰੋ ਤਾਜ਼ਾ ਹੋ ਗਏ। ਥਕਾਵਟ ਲੱਥੀ, ਸਰੀਰ ਤੁੜਕੇ। ਮਿੰਦੀ ਤੇ ਕੰਬਾ ਨਹੀਂ ਪੀਂਦੇ। ਗਫੂਰ ਜੀ ਨੂੰ ਪਿਆਰ ਨਾਲ ਪੂਰਾ ਆਖਦੇ ਤੇ ਸਲੀਮ ਛਿੱਟ ਪੀ ਕੇ ਅੱਪਲ ਟਪੱਲੀਆਂ ਮਾਰਨ ਲੱਗੇ। ਮਿੰਦੀ ਨੂੰ ਬਾਰ-ਬਾਰ ਜੱਫੀਆਂ ਪਾਉਂਦੇ, ਬਾਹਾਂ 'ਚ ਲੈ ਕੇ ਘੁੱਟਦੇ, ਚੁੰਮਦੇ, ਡੁਸਕਦੇ, ਦਿਲ ਹੌਲਾ ਕਰਦੇ। ਫਿਰ ਕੋਈ ਪੁਰਾਣੀ ਗੱਲ ਛੇੜ ਲੈਂਦੇ। ਮਿੰਦੀ ਦਾ ਆਉਣਾ ਉਹਨਾਂ ਲਈ ਹੱਜ ਸਮਾਨ ਜਾਪਿਆ। ਉਹਨਾਂ ਦੀ ਯਾਰੀ ਲਈ ਤੜਪਦੇ, ਕੰਮ ਆਉਣ ਲਈ ਸਹਿਕਦੇ, ਜਿਵੇਂ ਦਹਾਕਿਆਂ ਦੀ ਕੋਈ ਰੀਝ ਪੂਰੀ ਹੋ ਗਈ ਹੋਵੇ। ਫਾਂਸੀਓਂ ਛੁੱਟੇ ਕੈਦੀ ਨੂੰ ਮਿਲਣ ਵਾਂਗ। ਮੈਂ ਘਰ ਨੂੰ ਚੰਗੀ ਤਰ੍ਹਾਂ ਜਾਚਿਆ। ਇੱਕ ਲਾਈਨ 'ਚ 3 ਕਮਰੇ ਪੱਕੇ, ਸਾਈਡਾਂ ਵਾਲੀਆਂ ਬੈਠਕਾਂ ਤੇ ਵਰਾਂਡਾ ਕੱਚੇ, 4 ਦੀਵਾਰੀ ਪੱਕੀ, ਹਵੇਲੀ ਕੱਚੀ। ਵਿਹੜੇ ਦੇ ਐਨ ਵਿਚਕਾਰ ਸੇਧ 'ਚ ਲੱਗੇ ਅਮਰੂਦਾਂ ਤੇ ਅੰਬਾਂ ਦੇ ਛਤਰੀਦਾਰ ਬੂਟੇ। ਇੱਕ ਪਾਸੇ ਫੁੱਲਾਂ ਦੀਆਂ ਕਿਆਰੀਆਂ, ਦਿਸਣ ਤਾਂ ਨਾ ਪਰ ਮਹਿਕ ਆਵੇ। ਉੱਪਰ ਵੇਖਿਆ, ਟਿਕੀ ਹੋਈ ਰਾਤ 'ਚ ਫੁੱਟੀਆਂ ਵਾਂਗ ਖਿੜੇ ਹੋਏ ਤਾਰੇ। ਆਸੇ ਪਾਸੇ ਦੇ ਘਰਾਂ 'ਚੋਂ ਆਉਂਦੇ ਪੱਕਦੇ ਅੰਨ ਦੀ ਤਿੱਖੀ ਮਹਿਕ। ਭਰਮ ਪਵੇ ਜਿਵੇਂ ਭਾਰਤ 'ਚ ਆਪਣੇ ਘਰ ਬੈਠਾ ਹੋਵਾਂ। ਰੂਹ ਨੂੰ ਚੈਨ ਜਿਹਾ ਆ ਗਿਆ। ਇੱਕ ਵੱਡੀ ਖੁਸ਼ੀ, ਸਹੀ ਸਲਾਮਤ ਲੰਘ ਆਉਣ ਦੀ। ਪੂਰਾ ਵਾਰ-ਵਾਰ ਮੇਰੇ ਪਿਤਾ ਤੇ ਚਾਚੇ ਦਾ ਨਾਂ ਲੈ ਕੇ ਜੱਫੀਆਂ ਪਾਵੇ, ਮਸਤੀ ਕਰੇ, ਚਾਅ ਸਾਂਭਿਆ ਨਾ ਜਾਵੇ, ਡੁੱਲ ਪਵੇ। ਰੋਟੀ ਆਈ, ਦੇਸੀ ਘਿਓ 'ਚ ਬਣਿਆ ਮੁਰਗਾ, ਮਹਿਕਾਂ ਖਿਲਾਰਦੇ ਬਾਸਮਤੀ ਦੇ ਚਾਵਲ, ਸ਼ੱਕਰ ਘਿਓ ਵੱਖਰਾ। ਰੋਟੀ ਖਾ ਕੇ ਉਹ ਦੱਬੀ ਜ਼ਬਾਨ 'ਚ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲੱਗੇ। ਕਿਸੇ ਦੀ ਗੱਦਾਰੀ ਨੂੰ ਨਿੰਦਦੇ, ਭੰਡਦੇ, ਮੰਦਾ ਬੋਲਦੇ, ਕਿਸੇ ਫੜੇ ਗਏ ਦਾ ਦੁੱਖ ਮੰਨਦੇ, ਉਸ ਲਈ ਹਮਦਰਦੀ ਪ੍ਰਗਟ ਕਰਦੇ, ਬੇਈਮਾਨਾਂ ਨੂੰ ਗਾਲਾਂ ਕੱਢਦੇ, ਨਰਕਾਂ ਦੇ ਭਾਗੀ ਦੱਸਦੇ, ਜਹੰਨਮ 'ਚ ਜਾਣ ਦੀ ਗਾਲ ਦਿੰਦੇ। ਫਿਰ ਨਜ਼ੀਰ ਤੇ ਮਿੰਦੀ ਜੇਲ੍ਹ ਦੀਆਂ ਗੱਲਾਂ ਛੋਹ ਬੈਠੇ। ਲੰਮੀਆਂ ਤੇ ਦਰਦੀਲੀਆਂ ਕਹਾਣੀਆਂ। ਕਦੇ ਮੁਲਤਾਨ ਜੇਲ੍ਹ, ਕਦੇ ਕੋਟ ਲਖਪਤ ਦੀਆਂ ਸਾਂਝੀਆਂ ਯਾਰੀਆਂ, ਸਾਂਝੀਆਂ ਦੁਸ਼ਮਣੀਆਂ। ਪੂਰਾ ਮੇਰੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗਾ। ਮੇਰੇ ਚਾਚੇ ਦੇ ਕਤਲ ਹੋ ਜਾਣ ਦਾ ਉਹਨੇ ਬੜਾ ਅਫਸੋਸ ਕੀਤਾ। ਨਿੱਕੀ ਨਿੱਕੀ ਗੱਲ ਪੁੱਛੀ, ਘਟਨਾ ਸੁਣੀ, ਜਿਵੇਂ ਮੇਰੇ ਪਿੰਡ ਦਾ ਹੋਵੇ। ਲੰਮੇ ਸਮੇਂ ਤੋਂ ਬਾਹਰ ਰਹਿੰਦੇ ਕੋਲ ਮੈਂ ਅਟਕ ਗਿਆ ਹੋਵਾਂ। ਉਹ ਆਪਣੇ ਪਿੰਡ ਦੇ ਲੋਕਾਂ ਦਾ ਹਾਲ ਚਾਲ ਪੁੱਛ ਰਿਹਾ ਹੋਵੇ। ਦੁੱਖ ਸੁੱਖ 'ਚ ਖੁਦ ਨੂੰ ਸ਼ਰੀਕ ਸਮਝਦਾ, ਪਿੰਡ ਦੇ ਆਪਣੇ ਜੱਦੀ ਹੱਕ ਹੋਣ ਦਾ ਨਿਵੇਕਲਾ ਦਾਅਵਾ ਕਰਦਾ।
ਡੂੰਘੀ ਰਾਤ ਤੱਕ ਸਾਰਾ ਪਰਿਵਾਰ ਬੈਠਾ ਰਿਹਾ। ਮਹਿਫਿਲ ਚਹਿਕਦੀ ਰਹੀ, ਖੁਸ਼ੀਆਂ ਖੇੜੇ ਬਿਖਰਦੇ ਰਹੇ, ਕਿਸੇ ਵੀ ਡਰ ਖਤਰੇ ਦੀ ਪਹੁੰਚ ਤੋਂ ਬਾਹਰ, ਪੂਰੇ ਜਲਾਅ ਤੇ ਮਾਣਮੱਤੇ ਅੰਦਾਜ਼ ਵਿੱਚ। ਅੱਜ ਤੱਕ ਉਹੋ ਜਿਹੀ ਮਹਿਫਿਲ ਨਹੀਂ ਜੁੜੀ, ਉਹ ਸਵਾਦ ਨਹੀਂ ਆਇਆ, ਨਸ਼ਾ ਨਹੀਂ ਹੋਇਆ। ਰੋਮ ਰੋਮ 'ਚ ਫੁੱਟਦਾ ਮੁਹੱਬਤ ਦਾ ਸਾਗਰ, ਪਿਆਰ ਦੀ ਪੀਂਘ। ਉਹ ਮਾਸਟਰ ਪ੍ਰੋਫੈਸਰ ਨਹੀਂ ਸਨ, ਡਾਕਟਰ, ਇੰਜੀਨੀਅਰ ਜਾਂ ਬੁੱਧੀਜੀਵੀ ਵੀ ਨਹੀਂ। ਬਸ ਉਹ ਮਨੁੱਖ ਸਨ, ਪੰਜਾਬੀ ਸਨ, ਤੜਕ ਮੜਕ ਤੋਂ ਕੋਰੇ, ਸੱਚੀਆਂ ਸੁੱਚੀਆਂ ਭਾਵਨਾਵਾਂ ਦੇ ਜੰਗਲ, ਜ਼ਿੰਦਗੀ ਦੇ ਆਸ਼ਿਕ। ਉਹ ਆਪਣੇ ਪੁਰਾਣੇ ਬੇਲੀਆਂ ਦੀ ਸੁੱਖ ਸਾਂਦ ਪੁੱਛਦਾ ਰਿਹਾ, ਪਿੰਡ ਦੇ ਕਈ ਹੋਰ ਬੰਦਿਆਂ ਬਾਰੇ ਪੁੱਛਿਆ, ਦੁੱਖ ਸੁੱਖ ਫੋਲਿਆ। ਸ਼ਿੰਦਾ ਤੇ ਕੰਬਾ ਸਲੀਮ ਨਾਲ ਕਿਸੇ ਲੁਕਵੀਂ ਜਗ੍ਹਾ ਸੌਣ ਜਾਣ ਲੱਗੇ। ਮਾਤਾ ਨੇ ਦੁੱਧ ਦੀ ਭਰੀ ਬਾਲਟੀ ਲਿਆ ਰੱਖੀ, ਨਾਲ ਹੱਥ ਲੰਮੇ ਪਿੱਤਲ ਦੇ ਕੜੇ ਵਾਲੇ ਗਲਾਸ। ਮੈਂ ਤੇ ਗਫੂਰ ਪੂਰਾ ਵਿਹੜੇ 'ਚ ਸੌਂ ਗਏ, ਬਾਕੀ ਟੱਬਰ ਕੋਠਿਆਂ 'ਤੇ। ਮਾਤਾ ਪੋਲੇ ਪੈਰੀਂ ਆ ਕੇ ਮਿੰਦੀ ਕੋਲ ਬੈਠ ਗਈ। ਪੂਰਾ ਤਾਂ ਝੱਟ ਸੌਂ ਗਿਆ, ਮੈਨੂੰ ਨੀਂਦ ਨਾ ਆਵੇ। ਸੋਚਦਾ ਤੇ ਪਾਸੇ ਮਾਰਦਾ ਉਹਨਾਂ ਦੀਆਂ ਗੱਲਾਂ ਸੁਣਨ ਲੱਗਾ। ਸਾਹਿਤ ਦਾ ਵਿਦਿਆਰਥੀ ਸਾਂ, ਵਿਸ਼ੇਸ਼ ਕਰਕੇ ਮੈਂ ਉਹਨਾਂ ਦੀ ਤੇ ਆਪਣੀ ਬੋਲੀ 'ਚ ਫਰਕ ਦਾ ਵਖਰੇਵਾਂ ਕਰਦਿਆਂ ਅਨੁਭਵ ਕੀਤਾ ਕਿ 8-10 ਧਾਰਮਿਕ ਤੇ ਸੱਭਿਆਚਾਰਕ ਸ਼ਬਦਾਂ ਤੋਂ ਇਲਾਵਾ ਬੋਲੀ ਲਗਭਗ ਸਾਂਝੀ ਸੀ, ਸਮਾਨ ਸੀ। ਉਹਨਾਂ ਦਾ ਲਹਿਜਾ ਵੀ ਕੇਂਦਰੀ ਭਾਵ ਗੁਰਦਾਸਪੁਰੀ ਤੇ ਅੰਮ੍ਰਿਤਸਰੀ ਸੀ, ਦੁਆਬੀ ਜਾਂ ਮਲਵਈ ਨਹੀਂ। ਮਿੰਦੀ ਤੇ ਮਾਤਾ ਵੱਡੇ ਤੜਕੇ ਤੱਕ ਦੁੱਖ ਸੁੱਖ ਫੋਲਦੇ ਰਹੇ। ਕਹਿੰਦੀ, ਲਿਆਕਤ ਹੁਣ ਇੱਥੇ ਆਉਂਦਾ ਨਹੀਂ ਸੂ, ਪੂਰਾ ਤੇ ਸਲੀਮ ਵੀ ਜਾਊ ਨੇ, ਨਜ਼ੀਰ ਦਾ ਵੀ ਇਤਬਾਰ ਨਹੀਂ, ਮੈਂ ਤੇ ਤੇਰਾ ਭਾਈ ਐਡੇ ਵੱਡੇ ਘਰ 'ਚ ਇਕੱਲੇ ਰਹਿ ਜਾਂਗੇ। ਅੱਲਾ ਖੈਰ ਕਰੇ, ਕੱਲ੍ਹ ਕਲੋਤਰ ਨੂੰ ਸਾਨੂੰ ਕੌਣ ਸਾਂਭੂ। ਲਾਹੌਰ ਕੋਠੀਆਂ ਬਣ ਰਹੀਆਂ, ਮੋਟਰਾਂ ਲਾਰੀਆਂ ਲੈਂਦੇ ਪਏ ਨੇ। ਪੁੱਤ ਤੂੰ ਹੀ ਇਹਨਾਂ ਨੂੰ ਸਮਝਾ ਸੂ, ਦੱਸ ਮੈਂ ਕੀ ਕਰਾਂ। ਸੱਚੀ ਲਾਦ ਨੇ ਤਪਾ ਛੱਡਿਆ। ਤੇ ਮਾਤਾ ਨੇ ਡੂੰਘਾ ਹੌਕਾ ਭਰਿਆ। ਮਿੰਦੀ ਹਾਂ ਹੂੰ ਕਰਦਾ ਰਿਹਾ। ਮੈਂ ਵਿਚਾਰਨ ਲੱਗਾ ਕਿ ਸਰਹੱਦ ਦੇ ਆਰ ਪਾਰ ਗੰਭੀਰ ਸਿਆਸੀ ਤਣਾਅ ਹੁੰਦਿਆਂ ਵੀ ਇਹਨਾਂ ਲੋਕਾਂ 'ਚ ਕਿੰਨਾ ਪਿਆਰ ਤੇ ਆਪਣਾਤੇ, ਆਪਣਿਆਂ ਵਰਗਾ ਮੋਹ ਤੇ ਖਿੱਚ, ਜੁਗਾਂਤਰਾਂ ਦੀ ਅਟੁੱਟ ਸਾਂਝ, ਸਮਾਜਿਕ ਰਿਸ਼ਤੇ, ਭਾਈਚਾਰਾ, ਦਸਾਂ ਨੌਆਂ ਦੀ ਕਿਰਤ ਕਰਨ ਵਾਲੇ ਸਧਾਰਨ ਲੋਕਾਂ ਦੇ ਦਿਲਾਂ 'ਚ ਭੋਰਾ ਮੈਲ ਨਹੀਂ, ਅੰਦਰੋਂ ਬਾਹਰੋਂ ਇੱਕ ਸਮਾਨ ਵਲ ਨਾ ਵਿੰਗ। ਪੂਰੇ ਦੀ ਮਾਂ ਦੀਆਂ ਚੀਸਾਂ, ਸਮੱਸਿਆਵਾਂ ਤੇ ਸ਼ਿਕਵੇ ਸ਼ਿਕਾਇਤਾਂ ਸਮੁੱਚੇ ਪੂਰਬੀ ਪੰਜਾਬ ਦੀਆਂ ਮਾਵਾਂ ਦੇ ਹਨ। ਚਿਰਾਂ ਪਿੱਛੋਂ ਆਇਆ ਮਿੰਦੀ ਕਿੰਜ ਇਹਨਾਂ ਲਈ ਵੱਡੇ ਉਦਰੇਵੇਂ ਦਾ ਸਬੱਬ ਹੈ, ਜਿਵੇਂ ਇਸ ਘਰ ਦਾ ਅਹਿਮ ਜੀ ਹੋਵੇ। ਲੀਡਰਾਂ ਦੀ ਸਿਆਸੀ ਭੁੱਖ ਵਿੱਚੋਂ ਉਪਜੀ ਦੇਸ਼ ਵੰਡ ਇੱਕ ਹੀ ਸੱਭਿਆਚਾਰ ਤੇ ਸਮਾਜ ਵਿੱਚ ਸਦੀਆਂ ਤੋਂ ਰਹਿੰਦੇ ਆ ਰਹੇ ਲੋਕਾਂ ਲਈ ਬਿਲਕੁਲ ਗੈਰ ਕੁਦਰਤੀ ਲੱਗੀ, ਬੇਲੋੜੀ ਤੇ ਅਰਥਹੀਨ। ਕਿਤੇ ਤੜਕੇ ਜਾ ਕੇ ਮੇਰੀ ਅੱਖ ਲੱਗੀ, ਡੂੰਘੀ ਨੀਂਦ ਆਈ, ਮਿੱਠੀ ਤੇ ਗੂੜੀ, ਬੜੀ ਮਸਤ ਤੇ ਸੁਪਨੇ ਰਹਿਤ। ਉੱਠਿਆ ਤਾਂ ਲੋ ਲੱਗਣ ਡਈ। ਛੇਤੀ ਨਾਲ ਉੱਠ ਕੇ ਗੁਰਦੁਆਰੇ ਨੂੰ ਹੋ ਤੁਰਿਆ। ਪਿੰਡ ਦੇ ਕਈ ਬੰਦੇ ਜਨਾਨੀਆਂ ਬੇਲੇ ਵੱਲ ਜੰਗਲ ਪਾਣੀ ਜਾਂਦੇ ਵੇਖੇ। ਮੈਂ ਆਪਣੇ ਧਿਆਨ ਪੱਤਨ 'ਤੇ ਪੁੱਜਾ, ਬੇੜੀ ਕੋਲ ਕੱਪੜੇ ਉਤਾਰੇ, ਦਰਿਆ 'ਚ ਜਾ ਵੜਿਆ। ਰਾਤ ਨਾਲੋਂ ਪਾਣੀ ਦਾ ਵਹਾਅ ਕੁਝ ਘੱਟ, ਸਾਫ਼ ਤੇ ਨਿਤਰਿਆ ਵੀ। 2-4 ਚੁੱਭੀਆਂ ਲਾ ਕੇ ਧਿੜੇ ਉੱਪਰ ਚੜ੍ਹਿਆ। ਭੰਗ ਪਹਾੜੀ ਅੱਕ ਤੇ ਸਰਕੜੇ 'ਚੋਂ ਗੁਜ਼ਰਦਾ ਅੰਬਾਂ ਤੇ ਤੂਤਾਂ ਦੀ ਝੰਗੀ ਹੇਠ ਲੱਗੇ ਨਲਕੇ ਕੋਲ ਪੁੱਜਾ। ਸਿਰ 'ਤੇ ਪਰਨਾ ਬੱਧਾ, ਸੀਸ ਝੁਕਾਇਆ ਤੇ ਪਵਿੱਤਰ ਇਮਾਰਤ 'ਚ ਦਾਖਲ ਹੋ ਗਿਆ। ਚੜ੍ਹਦੇ ਵਾਲੇ ਪਾਸੇ ਕਰੀਬ 15 ਬਾਈ 10 ਫੁੱਟ ਦੇ ਇੱਕ ਕਮਰੇ ਦੇ ਵਿਚਕਾਰ 2 ਕੁ ਫੁੱਟ ਉੱਚਾ, 5-6 ਫੁੱਟ ਲੰਬਾਈ ਚੌੜਾਈ ਦਾ ਥੜਾ, ਪੂਰਾ ਮੇਜ਼ ਚੇਤੇ ਨਹੀਂ, ਉਸ ਉੱਪਰ ਬੇਹਿਸਾਬ ਚਿਰਾਗ ਪਏ। ਦੇਸੀ ਤੇਲ ਤੇ ਘਿਓ ਕੰਧਾਂ ਦੇ ਨਾਲ ਵਗਦਾ, ਹੇਠਾਂ ਫਰਸ਼ ਵੱਲ ਪਾਣੀ ਦੀਆਂ ਘਰਾਲਾਂ ਵਾਂਗ ਚੋਇਆ ਹੋਇਆ। ਮੈਂ ਭਾਰਤੀ 10 ਰੁਪਏ ਰੱਖ ਕੇ ਮੱਥਾ ਟੇਕਿਆ। ਬੜੀ ਸ਼ਾਂਤੀ ਤੇ ਸਕੂਨ ਮਿਲਿਆ। ਪਿੱਛੋਂ ਮਿੰਦੀ ਨੇ ਦੱਸਿਆ ਕਿ ਇਸ ਥੜੇ ਵਾਲੀ ਥਾਂ 'ਤੇ ਹੀ ਅੰਤਕਾਲ ਪਿੱਛੋਂ ਗੁਰੂ ਜੀ ਦਾ ਸੰਸਕਾਰ ਕੀਤਾ ਗਿਆ ਸੀ। ਪਹਿਲਾਂ ਇਸ ਉੱਪਰ ਆਦਿ ਗ੍ਰੰਥ ਸੁਸ਼ੋਭਿਤ ਹੁੰਦਾ ਸੀ, ਕਿਧਰੇ ਬੇਅਦਬੀ ਨਾ ਹੋ ਜਾਏ। ਡਰਦਿਆਂ ਮੰਨੇ ਮਲਾਹ ਨੇ ਉਹਨੂੰ ਬੜੇ ਇੱਜ਼ਤ ਮਾਣ ਨਾਲ ਪੂਰਬੀ ਪੰਜਾਬ ਭੇਜ ਦਿੱਤਾ। ਮੈਂ ਥੜੇ ਦੀਆਂ ਕਈ ਪਰਿਕਰਮਾ ਕੀਤੀਆਂ। ਉੱਥੋਂ ਨਿਕਲ ਕੇ ਬਾਹਰ ਵਰਾਂਡੇ 'ਚ ਆਇਆ। ਦੱਖਣੀ ਨੁਕਰੇ ਸੰਗਮਰਮਰ ਦੀ ਇੱਕ ਵੱਡੀ ਸਿਲ ਥੰਮਲੇ 'ਚ ਗੱਡੀ ਹੋਈ, ਉੱਪਰ ਪੰਜਾਬੀ 'ਚ ਕਈ ਨਾਮ ਲਿਖੇ ਹੋਏ, ਹੋਰ ਤਾਂ ਹੁਣ ਯਾਦ ਨਹੀਂ ਰਹੇ। ਪਹਿਲੇ ਸਥਾਨ 'ਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਦਾ ਨਾਂ ਵੇਖਿਆ, ਜਿਹਦੇ ਨਾਮ 'ਤੇ 5000 ਦੀ ਰਾਸ਼ੀ ਉੱਕਰੀ ਹੋਈ ਸੀ। ਗੁਰਦੁਆਰਾ ਕਾਫੀ ਵੱਡੇ ਏਰੀਏ 'ਚ ਬਣਿਆ ਹੋਇਆ, ਕਰੀਬ ਬੁਰਜ ਸਾਹਿਬ ਧਾਰੀਵਾਲ ਦੇ ਗੁਰਦੁਆਰੇ ਕੁ ਜਿੱਡਾ। ਵਿਸ਼ਾਲ ਬਿਲਡਿੰਗ ਖੁਸ਼ਕ ਤੇ ਬੇਰੌਣਕੀ ਜੀ ਲੱਗੀ। ਮੁੱਦਤਾਂ ਤੋਂ ਸਫੈਦੀ ਵੀ ਨਾ ਕੀਤੀ ਹੋਈ, ਰੰਗ ਰੋਗਨ ਨਾ ਕੋਈ ਹੋਰ ਸਜਾਵਟ ਹੋਣ ਦਾ ਤਾਂ ਪਤਾ ਨਹੀਂ। ਉਦੋਂ ਹਾਲਾਤ ਬੜੀ ਤਰਸਯੋਗ ਵੇਖੀ। ਹੁਣ ਇਸ ਗੁਰਦੁਆਰੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਸ਼ਾਇਦ ਹੁਣ ਇਮਾਰਤ ਸੁੰਦਰ ਬਣ ਗਈ ਹੋਵੇ। ਗੋਡੇ ਗੋਡੇ ਸੂਰਜ ਚੜ੍ਹ ਆਇਆ, ਜੰਮਦੀਆਂ ਕਿਰਨਾਂ ਗਰਮ ਕਿੱਲਾਂ ਵਾਂਗ ਚੁੱਭਦੀਆਂ। ਮੈਂ ਦੂਜੀ ਮੰਜ਼ਿਲ ਦਾ ਚੱਕਰ ਮਾਰ ਕੇ ਵਾਪਸ ਆ ਗਿਆ।
ਸਾਹਮਣੇ ਦਰਬਾਰ ਦੀ ਲਹਿੰਦੀ ਪਹਾੜੀ ਬਾਈ ਵਾਲੇ ਪਾਸੇ ਦੋਦਾ ਪਿੰਡ ਸਾਫ਼ ਪਿਆ ਦਿਸੇ। ਖੇਤੀ ਵਗਦੇ ਹਲਾਂ ਅੱਗੇ ਜੋੜੇ ਬਲਦਾਂ ਦੇ ਗਲੀ ਹਮੇਲਾਂ ਦੇ ਘੁੰਗਰੂ ਛਣਕਦੇ। ਭੱਤਾ ਲੈ ਕੇ ਜਾਂਦੀਆਂ ਜਵਾਨ ਸੁਵਾਣੀਆਂ ਦੇ ਉੱਡਦੇ ਦੁਪੱਟੇ, ਰੰਗ ਬਰੰਗੇ ਡੋਰੀਏ ਮਟਕ ਮਟਕ ਤੁਰਦੀਆਂ ਤਾਂ ਪੰਜੇਬਾਂ ਦੇ ਬੋਰ ਬੱਚੇ ਦੇ ਹਾਸੇ ਵਾਂਗ ਟੁਣਕਦੇ, ਕਿਲਕਾਰੀਆਂ ਮਾਰਦੇ। ਨਿੰਮਾਂ ਤੇ ਮੱਧਮ ਜਿਹਾ ਸ਼ੋਰ, ਪਾਣੀ ਦੀਆਂ ਛੱਲਾਂ ਵਾਂਗ ਵੱਟਾਂ ਬੰਨਿਆਂ ਤੇ ਘੁੰਮਦੇ ਪਾਠੀ। ਕੁਝ ਵੀ ਓਪਰਾ ਨਾ ਲੱਗਾ। ਸਭ ਕੁਝ ਸਾਡੇ ਵਾਂਗ ਤੇ ਸਾਡੇ ਜਿਹਾ, ਰੱਤੀ ਮਾਸਾ ਦਾ ਫਰਕ ਨਾ ਲੱਗੇ, ਜਿਵੇਂ ਪਿੰਡਾਂ 'ਚ ਆਪਣੇ ਖੇਤਾਂ 'ਚ ਘੁੰਮਦਾ ਹੋਵਾਂ। ਮੈਂ ਤੇਜ਼ ਤੁਰਦਾ ਘਰ ਆ ਗਿਆ। ਵਿਹੜੇ 'ਚ ਛਾਵੇਂ ਬੈਠੇ ਮਿੰਦੀ ਤੇ ਮੰਨਾ ਮਲਾਹ ਘਰੇਲੂ ਗੱਲਾਂ 'ਚ ਜੁਟੇ ਹੋਏ। ਮੰਨਾ ਮਲਾਹ ਜੀ ਦੀ ਸ਼ਰਾਫਤ, ਇਨਸਾਨੀਅਤ ਤੇ ਦਲੇਰੀ ਦੀਆਂ ਗੱਲਾਂ ਦੋਵੇਂ ਪੰਜਾਬਾਂ 'ਚ ਚੱਲਦੀਆਂ। ਲੋਕ ਉਹਨੂੰ ਦਿਲੋਂ ਪਿਆਰਦੇ, ਹਰੇਕ ਉਹਦੇ ਕੰਮ ਆਉਣਾ ਚਾਹੁੰਦਾ। ਮੁਸਲਮਾਨਾਂ ਦੇ ਘਰ ਜੰਮਿਆ, ਸਿੱਖ ਸਰਦਾਰਾਂ ਦੇ ਚੱਕਾਂ ਤੇ ਹਵੇਲੀਆਂ 'ਚ ਜਵਾਨ ਹੋਇਆ। ਕੰਮ ਸਮੁੱਚੀ ਲੁਕਾਈ ਲਈ ਕੀਤਾ, ਸਭ ਦਾ ਸਾਂਝਾ, ਵਿਤਕਰਾ ਨਾ ਦੁਆ ਦਵੈਤ, ਦੁਸ਼ਮਣ ਨਾ ਕੋਈ ਵੈਰੀ। ਲੋਕਾਂ ਨੂੰ ਉਸ ਵਿੱਚੋਂ ਹਰ ਮਜ਼ਹਬ ਦੇ ਪੈਰੋਕਾਰਾਂ ਦਾ ਝੋਲਾ ਪੈਂਦਾ। ਮੇਰਾ ਸਿਰ ਸਤਿਕਾਰ ਨਾਲ ਝੁਕ ਗਿਆ। ਮੈਂ ਝਕਦਾ ਜਕਦਾ ਜਿਹਾ ਨੇੜੇ ਗਿਆ ਤਾਂ ਮੈਨੂੰ ਬਾਹੋਂ ਫੜ ਕੇ ਆਪਣੇ ਪਾਸ ਬਿਠਾ ਲਿਆ। ਸ਼ਖਸੀਅਤ ਵਿੱਚ ਅਜੀਬ ਆਕਰਸ਼ਣ ਤੇ ਜਾਦੂ, ਨਵੇਕਲੀ ਖਿੱਚ ਤੇ ਪ੍ਰਭਾਵ। ਇੱਕ ਵਾਰ ਮਿਲ ਕੇ ਹਰ ਕੋਈ ਦੁਬਾਰਾ ਮਿਲਣ ਲਈ ਤਾਂਘਦਾ, ਸਹਿਕਦਾ। ਉਹਦੀ ਮਿੱਠੀ ਲਚਕੀਲੀ ਆਵਾਜ਼ ਸੁਣਿਆ ਹੀ ਬੰਦੇ ਨੂੰ ਹੌਸਲਾ ਜਿਹਾ ਹੋ ਜਾਂਦਾ। ਆਸ ਦੀਆਂ ਕਿਰਨਾਂ ਦਾ ਚਾਨਣ, ਮਰਿਆ ਬੰਦਾ ਵੇਖ ਕੇ ਉੱਠ ਪੈਣ ਵਰਗੀ ਗੱਲ। ਕਰੀਬ 65-70 ਸਾਲ ਦੇ ਨੇੜੇ ਤੇੜੇ ਉਮਰ, ਕਾਠੀ ਤੇ ਲਚਕ ਅਜੇ ਜਵਾਨਾਂ ਵਰਗੀ। ਦਰਮਿਆਨਾ ਕੱਦ, ਛਾਂਟਵਾ ਜੁੱਸਾ, ਪਤਲਾ ਨਾ ਭਾਰਾ, ਕਮਾਇਆ ਨਿੱਗਰ ਸਰੀਰ, ਨਕਸ਼ ਨੈਣ ਸਧਾਰਨ ਪਰ ਪ੍ਰਭਾਵਸ਼ਾਲੀ। ਚਿਹਰੇ ਤੇ ਅਜੀਬ ਚਮਕ, ਅੱਖਾਂ 'ਚ ਲੋਹੜੇ ਦੀ ਖੁਮਾਰੀ, ਛਾਤੀ ਤੇ ਪੈਂਦੀ ਦੁੱਧ ਚਿੱਟੀ ਦਾੜੀ, ਸੂਫੀਆਂ ਵਾਂਗ ਖੁੱਲ੍ਹੇ ਵੱਡੇ ਕੇਸ, ਖੁੱਲ੍ਹੇ ਛੱਡੇ ਕੇਸ, ਸਿਰ ਤੇ ਦਾਨੇ ਬੀਨੇ ਬਜ਼ੁਰਗਾਂ ਵਾਲੀ ਚਿੱਟੀ ਮਲਮਲ ਦੀ ਪੱਗ, ਚਿੱਟਾ ਚਾਦਰਾ, ਕਾਲੀ ਕਮੀਜ਼, ਹੇਠਾਂ ਖੱਦਰ ਦੀ ਫਤੂਈ, ਗੋਲ ਗਲੇ ਤੇ ਵੱਡੀਆਂ ਜੇਬਾਂ ਵਾਲੀ, ਪੈਰੀਂ 2 ਖੱਲੀ ਜੁੱਤੀ, ਸਾਧੂ ਸੁਭਾਅ ਤੇ ਫਰਿਸ਼ਤਿਆਂ ਵਰਗੀ ਦਿੱਖ। ਹਰ ਵਕਤ ਤੂੰ ਹੀ ਪੁਕਾਰਦਾ, ਵਧੇਰੇ ਸਮਾਂ ਨਾਨਕ ਦੇ ਦਰ 'ਤੇ ਗੁਜ਼ਾਰਦਾ। 1947 ਦੀ ਵੰਡ ਸਮੇਂ ਮੁਸਲਮਾਨ ਹੁੰਦਿਆਂ ਵੀ ਉਹਨੇ ਹਜ਼ਾਰਾਂ ਹਿੰਦੂ ਸਿੱਖਾਂ ਤੇ ਔਰਤਾਂ ਨੂੰ ਰਾਵੀ ਪਾਰ ਕਰਾਇਆ। ਰਾਤਾਂ ਨੂੰ ਵੀ ਬੇੜੀ ਚਲਾਈ, ਧੀਆਂ ਭੈਣਾਂ ਦੀ ਇੱਜ਼ਤ ਬਚਾਈ, ਮਜ਼ਲੂਮਾਂ ਲਈ ਆਪਣੀ ਜਾਨ ਤੱਕ ਦਾਅ 'ਤੇ ਲਾ ਛੱਡੀ। ਮੰਨੇ ਮਲਾਹ ਨੂੰ ਹੁਣ ਵੀ ਬਜ਼ੁਰਗ ਹੋਈਆਂ ਮੁਟਿਆਰਾਂ ਯਾਦ ਕਰਦੀਆਂ। ਸਿੱਖ ਕੁੜੀਆਂ ਦੀ ਇੱਜ਼ਤ ਬਚਾਉਣ ਲਈ ਗੁੰਡਿਆਂ ਤੇ ਲੀਗੀਆਂ ਨਾਲ ਟੱਕਰ ਲਈ। ਬਜ਼ੁਰਗ ਦੱਸਦੇ ਆ ਕਿ ਜਨਾਨੀਆਂ ਨੇ ਉਸ ਅੱਗੇ ਗਹਿਣਿਆਂ ਦੇ ਢੇਰ ਲਾ ਦਿੱਤੇ। ਉਹਨੇ ਵੇਖਿਆ ਤੱਕ ਨਾ। ਉਹਦੀ ਗੱਲ ਦੋਵੇਂ ਪਾਸੇ ਸੱਥਾਂ, ਡੇਰਿਆਂ ਤੇ ਮਹਿਫਿਲਾਂ ਵਿੱਚ ਚੱਲਦੀ। ਮੰਨੇ ਮਲਾਹ ਦੇ ਲਿਆਕਤ, ਨਜ਼ੀਰ, ਗਫੂਰ ਤੇ ਸਲੀਮ 4 ਮੁੰਡੇ ਹਨ। ਵੱਡੇ ਲਿਆਕਤ ਅਲੀ ਨੇ ਪਿਓ ਤੋਂ ਬੇਜੋਰ ਹੋ ਕੇ ਪਹਿਲਾਂ ਬਲੈਕ ਦਾ ਛੋਟਾ ਜਿਹਾ ਧੰਦਾ ਸ਼ੁਰੂ ਕੀਤਾ। 1-2 ਸਾਲ ਡਟ ਕੇ ਕੰਮ ਕੀਤਾ, ਪੈਸਾ ਸਾਂਭਣਾ ਆ ਗਿਆ। ਜ਼ਬਾਨ ਦਾ ਬੜਾ ਮਿੱਠਾ ਤੇ ਪੱਕਾ, ਮੰਨੇ ਕਰਕੇ ਲੋਕਾਂ 'ਚ ਭੱਲ ਬਣੀ ਹੋਈ। ਘਰੋਂ ਬੰਦਿਆਂ ਤੇ ਪੈਸੇ ਵਾਲਾ। ਔਖੇ ਭਾਰੇ ਵੇਲੇ 2-4 ਕਿੱਲੇ ਇੱਧਰ ਉੱਧਰ ਕਰ ਸਕਣ ਦੀ ਜਿਰਾਂਦ ਰੱਖਦਾ। ਕੰਮ ਚੱਲ ਨਿਕਲਿਆ। 5-7 ਸਾਲਾਂ 'ਚ ਕਈ ਬੱਸਾਂ ਤੇ ਟਰੱਕਾਂ ਦਾ ਮਾਲਕ ਬਣ ਬੈਠਾ। ਸਰਕਾਰੀ ਦਰਬਾਰੇ ਚੰਗੀ ਪਹੁੰਚ ਹੋ ਗਈ ਹੋਈ। ਸਿਆਸਤ ਦੇ ਦਾਅ ਪੇਚ ਵੀ ਸਿੱਖ ਗਿਆ। ਮਿਲਟਰੀ ਦੇ ਵੱਡੇ ਅਫਸਰਾਂ ਨਾਲ ਮੇਲ ਜੋਲ, ਪੁਲਿਸ ਨਾਲ ਖਾਣ ਪੀਣ। ਪਹਿਲਾਂ ਕਿਰਾਏ 'ਤੇ ਕੋਠੀ ਲੈ ਕੇ ਟੱਬਰ ਲਾਹੌਰ ਲੈ ਗਿਆ, ਅੱਜ ਕੱਲ੍ਹ ਆਪਣੀ ਬਣਵਾ ਰਿਹਾ। ਪਿੰਡ ਰਹਿੰਦੇ ਨਜ਼ੀਰ, ਗਫੂਰ ਤੇ ਸਲੀਮ ਦੀ ਸ਼ਾਦੀशुदा, ਬਾਲ ਬੱਚੇਦਾਰ, ਬਾਹਰੋਂ ਇਕੱਠੇ, ਘਰੋਂ ਵੱਖ-ਵੱਖ, ਸਾਰੇ ਰਲ ਮਿਲ ਕੇ ਕਮਾਉਂਦੇ, ਵੰਡ ਕੇ ਖਾ ਲੈਂਦੇ। ਭਰਾਵਾਂ 'ਚ ਬੜਾ ਪਿਆਰ, ਮੁਹੱਬਤ ਤੇ ਏਕਾ, ਦੂਜੇ ਦੀ ਸੁਣਦੇ, ਇੱਜ਼ਤ ਕਰਦੇ। ਆਪਸ ਵਿੱਚ ਗੁੱਸੇ ਨਾਰਾਜ਼ ਵੀ ਹੋਣ, ਕੂਣਾ ਬੋਲਣਾ ਛੱਡਿਆ ਹੋਵੇ, ਬਾਹਰ ਦਾ ਕੋਈ ਉੱਚੀ ਨੀਵੀਂ ਕਰੇ, ਗਲ ਪਵੇ, ਫੇਰ ਨਾ ਛੱਡਦੇ। ਭੁੰਡਾਂ ਦੀ ਖੱਖਰ ਵਾਂਗ ਚਿੰਬੜ ਜਾਂਦੇ। ਬੁਰੇ ਦੇ ਘਰ ਤੱਕ ਅੱਪੜਦੇ। ਇੰਨੀ ਗਹਿਰੀ ਤੇ ਘਣੀ ਸਾਂਝ। ਸਲੀਮ ਵਿਸਕੀ ਟਿਕਾਣੇ ਲਗਾਉਣ ਤੇ ਉਹਨਾਂ ਲਈ ਕੱਪੜੇ ਤੇ ਅਫੀਮ ਦਾ ਪ੍ਰਬੰਧ ਕਰਨ ਲਈ ਸਾਜਰੀ ਸਿਆਲਕੋਟ ਚਲਾ ਗਿਆ। ਗਫੂਰ ਨਾਰੋਵਾਲ ਤਰੀਕ 'ਤੇ ਜਾਣ ਲਈ ਤਿਆਰ ਹੋਇਆ। ਮੈਂ ਸੋਚਿਆ ਕਿੰਨਾ ਚੰਗਾ ਹੋਵੇ ਜੇ ਮੈਨੂੰ ਵੀ ਨਾਲ ਲੈ ਜਾਏ। ਅੱਖ ਪਲਕਾਰੇ 'ਚ ਜਾ ਵੜਨਾ ਚਾਹੁੰਦਾ ਸਾਂ। ਲਾਹੌਰ ਦੇ ਹੋਰ ਸ਼ਹਿਰੀ ਪਾਕ ਵੇਖਣ ਦੀ ਸਿੱਖ ਦੀ ਭੜਾਸ ਫਟਣ ਤੱਕ ਜਾ ਪੁੱਜੀ। ਮੇਰੀ ਕਾਹਲੀ ਦਾ ਵੱਡਾ ਕਾਰਨ ਮੇਰਾ ਗੈਰ ਕਾਨੂੰਨੀ ਹੋਣਾ ਵੀ ਸੀ। ਸੁਭਾਵਕ ਤੌਰ 'ਤੇ ਵੀ ਮੈਂ ਅੱਤ ਕਾਹਲਾ, ਜੋ ਕਰਨਾ ਤੇਜ਼ੀ ਨਾਲ, ਫੁਰਤੀ ਤੇ ਹੀਲੇ ਨਾਲ, ਦਿਲ ਲਾ ਕੇ, ਜਾਨ ਮਾਰ ਕੇ, ਨਹੀਂ ਤੇ ਨਹੀਂ ਕਰਨਾ। ਬੜੇ ਵੱਡੇ ਖਤਰੇ ਪਾਰ ਕਰਕੇ ਆਇਆ ਸੀ, ਪਰ ਸ਼ਾਇਦ ਉਹਨਾਂ ਦੀ ਕੋਈ ਮਜਬੂਰੀ ਹੋਵੇ ਤੇ ਹੈਂਡਬੈਗ ਲੈ ਕੇ ਉਹ ਚਲਾ ਗਿਆ। ਅਗਲੀ ਰਾਤ ਵੀ ਹੁਸੀਨ ਸੁਪਨੇ ਵਾਂਗ ਅੱਖਾਂ ਚਾਲਣਾ ਪਾ ਬੈਠੀ। ਪਲ ਪਲ ਬੀਤ ਗਈ, ਕਿਸੇ ਗੀਤ ਦੇ ਬੋਲਾਂ ਵਾਂਗ ਮਣਕਾ ਮਣਕਾ ਕਰਕੇ, ਜਿਵੇਂ ਗਾਨੀ ਟੁੱਟੀ ਗਈ ਹੋਵੇ।
ਮਹਿਕਦੀ ਤੇ ਚਹਿਕਦੀ ਰਾਤ, ਨਾ ਨੀਂਦ ਆਈ ਨਾ ਸੋਚਾਂ ਦੀ ਲੜੀ ਟੁੱਟੀ। ਪੈਰ ਦੇ ਤੜਕੇ ਬਾਕੀ ਸਾਰੇ ਸੌਂ ਗਏ। ਮੈਂ ਨਲਕੇ ਤੋਂ ਮੂੰਹ ਧੋਤਾ, ਪਾਣੀ ਪੀਤਾ, ਸੋਮਨ ਹੋ ਕੇ ਮੰਜੇ 'ਤੇ ਪੈ ਗਿਆ। ਖਿਆਲ ਕਰਨ ਲੱਗਾ ਵੀ ਇਸ ਸਮੇਂ ਪਿੱਛੇ ਘਰ ਕੀ ਹੋ ਰਿਹਾ ਹੋਏਗਾ, ਯੂਨੀਵਰਸਿਟੀ ਇਸ ਵੇਲੇ ਕਿਵੇਂ ਵਾਪਰਦੀ ਹੋਊ, ਅਤੇ ਇਸ ਤਰ੍ਹਾਂ ਦੇ ਕਈ ਹੋਰ ਖਿਆਲ ਆਉਣ ਵਾਲੇ ਸਫ਼ਰ ਬਾਰੇ, ਕਰਨ ਵਾਲੇ ਕੰਮਾਂ ਬਾਰੇ। ਮਹਿੰਦੀ ਨੂੰ ਦੁਪਹਿਰ ਵੇਲੇ ਮਾਤਾ ਦੀਆਂ ਦੋਵਾਂ ਨੂੰਹਾਂ ਨੇ ਘੇਰਿਆ ਹੋਇਆ, ਸ਼ਿਕਾਇਤਾਂ ਕਰਨ, ਉਲਾਂਭੇ ਦੇਣ। ਰਾਤੀ ਸੱਸ ਨੇ ਚੁਗਲੀਆਂ ਕੀਤੀਆਂ, ਦਿਨੇ ਨੂੰਹਾਂ ਊਜਾਂ ਲਾਉਣ, ਗਿਲੇ ਸ਼ਿਕਵੇ ਕਰਨ, ਜਿਵੇਂ ਮੇਰੇ ਆਪਣੇ ਘਰ ਹੁੰਦਾ ਹੈ। ਪੰਜਾਬੀ ਨੂੰ ਸੱਸ ਦਾ ਸਦੀਵੀ ਝਗੜਾ। ਮੈਨੂੰ ਆਪਣੇ ਸੱਭਿਆਚਾਰ 'ਤੇ ਬੜਾ ਫਖਰ ਹੋਇਆ। ਬੇਗਾਨਾ ਦੇਸ਼ ਹੁੰਦਿਆਂ ਵੀ ਇੰਨੀ ਨੇੜਤਾ, ਇੰਨਾ ਮਾਣ ਤੇ ਇੱਜ਼ਤ। ਮਹਿੰਦੀ ਜਿਵੇਂ ਬੜਾ ਵੱਡਾ ਆਲਮ ਹੋਵੇ, ਉਹਨਾਂ ਦੇ ਦਿਲਾਂ ਦਾ ਭੇਤੀ, ਜਾਣੀ ਜਾਣ, ਅੰਤਰਜਾਮੀ, ਵੱਡ ਵਡੇਰਾ ਤੇ ਜਠੇਰਾ, ਸਾਰੇ ਪਰਿਵਾਰ ਦਾ ਸਾਂਝਾ, ਜਿਹਦੀ ਆਖੀ ਕੋਈ ਟਾਲ ਨਾ ਸਕਦਾ ਹੋਵੇ। ਮੇਰੀ ਸੋਚ ਅਨੁਸਾਰ ਇਹ ਸਾਰੀ ਕਰਾਮਾਤ ਮਾਖਿਓ ਮਿੱਠੀ ਪੰਜਾਬੀ ਜ਼ੁਬਾਨ ਦੀ ਸੀ, ਸਾਂਝੀ ਬੋਲੀ ਤੇ ਸੰਸਕਾਰਾਂ ਦੀ ਪੈਦਾਇਸ਼। ਮੇਰੇ ਬਾਰੇ ਮਹਿੰਦੀ ਨੇ ਮਲਾਹ ਨੂੰ ਦੱਸਤਾ ਹੋਊ। ਮੈਂ ਉਹਨੂੰ ਦੂਜਿਆਂ ਦੀ ਰੀਸੇ ਬਾਪੂ ਜੀ ਆਖਣ ਲੱਗਾ। ਉਹਨੇ ਮੈਨੂੰ ਬਾਹੋਂ ਫੜਿਆ ਤੇ ਦਰਬਾਰ ਵੱਲ ਤੁਰ ਪਿਆ। ਅਸੀਂ ਦਰਬਾਰ ਜਾ ਕੇ ਚੜ੍ਹਦੇ ਵੱਲ ਛਾਂਦਾਰ ਵਰਾਂਡੇ ਵਿੱਚ ਠੰਡੇ ਫਰਸ਼ 'ਤੇ ਬੈਠ ਗਏ। ਅੰਬਾਂ ਤੇ ਰੁੱਖਾਂ ਨੇ ਛੇਬਰ ਲਾਈ ਹੋਈ, ਬੜੀਆਂ ਪੁਰਾਣੀਆਂ ਤੇ ਲੰਮੀਆਂ ਗੱਲਾਂ ਲੈ ਬੈਠਾ। ਇੱਕ ਛੇੜਦਾ ਚਾਰ ਵਿੱਚੋਂ ਹੋਰ ਨਿਕਲ ਤੁਰਦੀਆਂ, ਆਪ ਮੁਹਾਰੇ ਹੜ ਵਾਂਗ। ਕਦੇ ਯਾਰੀ ਦੀਆਂ ਗੱਲਾਂ, ਕਦੇ ਮੇਲੇ ਮਸ਼ਾਹਦੇ 'ਤੇ ਹੋਈ ਲੜਾਈ ਦੀਆਂ ਗੱਲਾਂ। ਕਿਤੋਂ ਵੀ ਸ਼ੁਰੂ ਹੁੰਦੀ, ਘੁੰਮ ਫਿਰ ਕੇ ਵੰਡ ਦੇ ਦੁੱਖਾਂ 'ਤੇ ਜਾ ਮੁੱਕਦੀ, ਬਾਬੇ ਦੇ ਹੰਝੂਆਂ 'ਤੇ ਖ਼ਤਮ ਹੁੰਦੀ। ਤਾਏ ਚਰਨ ਸਿੰਘ ਨਾਲ ਕੱਟੀਆਂ ਕੈਦਾਂ 'ਤੇ ਕੀਤੀਆਂ ਲੜਾਈਆਂ ਦੇ ਲੰਮੇ ਕਿੱਸੇ, ਕਦੇ ਹੱਸਦਾ, ਕਦੇ ਰੋਂਦਾ, ਕਦੇ ਧੁੱਪ, ਕਦੇ ਛਾਂ। ਇਹ ਵੀ ਦੱਸਿਆ ਵੀ ਜਦੋਂ ਚਰਨ ਸਿੰਘ ਬਾਰਡਰ ਟੱਪ ਕੇ ਆਇਆ, ਉਹਦੇ ਨਾਲ ਉਹ ਸਿੰਧ ਗਿਆ। ਉਹਨੇ ਕਈ ਵਾਰ ਹਟਕੋਰੇ ਭਰੇ ਹੰਝੂ ਪੂੰਝੇ, ਯਾਰਾਂ ਨੂੰ ਯਾਦ ਕਰ ਕਰ ਰੋਇਆ, ਤੜਫਿਆ, ਕਲਪਿਆ, ਉਹਨਾਂ ਨੂੰ ਉਲਾਂਭੇ ਦਿੱਤੇ, ਗਿਲੇ ਸ਼ਿਕਵੇ ਕੀਤੇ, ਯਾਰੀ ਤੋੜ ਜਾਣ ਦੇ ਮਿਹਣੇ ਮਾਰੇ, ਸਰਕਾਰਾਂ ਨੂੰ ਨੰਗੀਆਂ ਗਾਲਾਂ ਦਿੱਤੀਆਂ, ਲੀਡਰਾਂ ਨੂੰ ਭੰਡਿਆ, ਕੁੱਤੇ ਬਿੱਲੇ ਦੱਸਿਆ। ਹੰਝੂਆਂ 'ਤੇ ਮੋਤੀ ਦਾੜੀ ਦੀਆਂ ਚਾਂਦੀ ਤਾਰਾਂ ਨਾਲ ਲਟਕਦੇ ਰਹੇ। ਪਿਆਰ ਵਲਵਲੇ ਹੌਕੇ ਬਣ ਝੜਦੇ ਰਹੇ। ਸਾਰੇ ਥੱਕੇ ਟੁੱਟੇ ਦੂਜੇ ਦਿਨ ਵੀ ਸੁੱਤੇ ਰਹੇ। ਮਹਿੰਦੀ ਪਰਿਵਾਰ ਦੇ ਜੀਆਂ ਨਾਲ ਉਲਝਿਆ ਰਿਹਾ ਵਾਰੋ ਵਾਰੀ, ਅਤੇ ਮੈਂ ਗੁਰਦੁਆਰੇ ਜਾ ਕੇ ਆਰਾਮ ਕਰਦਾ ਰਿਹਾ। ਧੰਨਵਾਦ।